केसरी विरासत ਵਿੱਚ ਇੱਕ ਵਾਰ ਫਿਰ ਤੁਹਾਡਾ ਹਾਰਦਿਕ ਸਵਾਗਤ। ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਪਿਛਲੀਆਂ ਕੜੀਆਂ ਦੇ ਵਿੱਚ ਅਸੀਂ ਡਾਕਟਰ ਅੰਬੇਡਕਰ ਸਾਹਿਬ ਸਿੱਖ ਕਿਉਂ ਨਹੀਂ ਬਣ ਸਕੇ ਉਹਦੇ ਉੱਤੇ ਅਸੀਂ 3 ਕੜੀਆਂ ਤੁਹਾਨੂੰ ਦੇ ਚੁੱਕੇ ਹਾਂ ਔਰ ਉਹਦੇ ਵਿੱਚ ਘਟਨਾ ਚੱਕਰ ਕਿਸ ਤਰ੍ਹਾਂ ਵਾਪਰਦਾ ਕਿ ਅਖੀਰ ਇੱਥੇ ਗੱਲ ਪਹੁੰਚ ਜਾਂਦੀ ਹੈ ਕਿ ਉਹਨਾਂ ਅੱਗੇ 2 ਰਸਤੇ ਆ ਜਾਂਦੇ ਆ ਕਿ ਇੱਕ ਤਾਂ ਜਾਂ ਤਾਂ ਪੂਨਾ ਪੈਕਟ ਦੀਆਂ ਸਹੂਲਤਾਂ ਲੈ ਲਓ ਭਾਈਚਾਰੇ ਲਈ ਜਾਂ ਸਿੱਖ ਧਰਮ ਅਡਾਪਟ ਕਰ ਲਓ। ਤਾਂ ਉਹਦੇ ਵਿੱਚ ਡਾਕਟਰ ਸਾਹਿਬ ਦਾ ਨਿਰਣਾ ਆ ਜਾਂਦਾ ਕਿ ਸਾਨੂੰ ਜਿਹੜਾ ਸਿੱਖ ਧਰਮ ਆ ਉਹ ਪੂਨਾ ਪੈਕਟ ਦੀਆਂ ਸਹੂਲਤਾਂ ਨਾਲ ਵੀ ਕਿਤੇ ਵੱਧ ਪਿਆਰਾ ਹੈ। ਇੱਥੋਂ ਤੱਕ ਤੇ ਲੱਗਦਾ ਕਿ ਸਾਰਾ ਜਿਹੜਾ ਭਾਈਚਾਰਾ ਉਹ ਸਿੱਖੀ ਵੱਲ ਨੂੰ ਪ੍ਰੇਰਿਤ ਆ ਔਰ ਡਾਕਟਰ ਸਾਹਿਬ ਖਾਸ ਤੌਰ 'ਤੇ ਜਿਹੜੇ ਉਹ ਸਿੰਘ ਸੱਜਣ ਹੀ ਵਾਲੇ ਨੇ। ਪਰ ਉਸ ਤੋਂ ਅੱਗੇ ਸਮਾਂ ਕਿਵੇਂ ਕਰਵਟ ਲੈਂਦਾ ਸਰਦਾਰ ਮਲ ਸਿੰਘ ਜੀ ਕੋਲੋਂ ਆਪਾਂ ਜਾਣਾਂਗੇ। ਹਾਂਜੀ ਸਰਦਾਰ ਜੀ ਦੱਸੋ ਅੱਗੇ ਜਿਹੜੇ ਆ ਘਟਨਾ ਚੱਕਰ ਉਹ ਕਿਵੇਂ ਵਾਪਰਦਾ। ਹਾਂਜੀ ਧਨੰਜੇ ਕੀਰ ਨੇ ਲਾਈਫ ਐਂਡ ਮਿਸ਼ਨ ਲਿਖੀ ਆ ਇੰਗਲਿਸ਼ ਵਿੱਚ ਕਿਤਾਬ ਜੀ ਜਿਹੜੀ ਉਹਨਾਂ ਨੇ ਬਾਬਾ ਸਾਹਿਬ ਦੇ ਜੀਂਦੇ ਜੀ 1954 ਦੇ ਵਿੱਚ ਛਾਪ ਦਿੱਤੀ ਸੀ। ਅੱਛਾ ਜੀ। ਤੇ ਬਾਬਾ ਸਾਹਿਬ ਨੂੰ ਉਹ ਮਿਲਦੇ ਵਰਿੰਦਰ ਸੀ ਤੇ ਉਹ ਬੁੱਕ ਜਿਹੜੀ ਆ ਬਹੁਤ ਵਧੀਆ ਹੈ। ਜਿਹੜੀਆਂ ਬਾਅਦ 'ਚ ਜੀਵਨ ਤੇ ਮਿਸ਼ਨ ਲਾਹੌਰੀ ਰਾਮ ਬਾਲੀ ਨੇ ਜਾਂ ਹੋਰ ਕਿਸੇ ਨੇ ਲਿਖੀਆਂ ਹੈਗੀਆਂ ਜੀ ਉਹਦੇ ਵਿੱਚੋਂ ਹੀ ਬਹੁਤਾ ਕੁਝ ਲਿਆ ਹੋਇਆ ਔਰ ਬਹੁਤ ਵਧੀਆ ਬੁੱਕ ਹੈ ਜੀ ਹੈ ਇੰਗਲਿਸ਼ ਦੇ ਵਿੱਚ ਜੀ। ਤੇ ਉਹਦੇ ਵਿੱਚ ਮੈਂ ਪਿੱਛੇ ਜ਼ਿਕਰ ਕਰਨਾ ਨਹੀਂ ਕਰ ਸਕਿਆ ਇਹ ਜਿਹੜਾ ਸਮਝੌਤਾ ਆ ਡਾਕਟਰ ਮੁੰਜੇ ਦੇ ਨਾਲ ਬਾਬਾ ਸਾਹਿਬ ਦਾ ਹੋਇਆ ਉਹਦੇ ਵਿੱਚ ਵੀ ਦਰਜ ਆ। ਅੱਛਾ ਜੀ। ਲੇਕਿਨ ਉੱਥੇ ਟਾਈਟਲ ਨਹੀਂ ਦਿੱਤਾ ਆ। ਉਹਨੇ ਉਹਨੂੰ ਆਪਣੇ ਹਿਸਾਬ ਦੇ ਨਾਲ ਆਪਣੇ ਸ਼ਬਦਾਂ ਦੇ ਵਿੱਚ ਬਰੀਫ ਕਰਕੇ ਤੱਤ ਉਹੀ ਆ ਕੰਟੈਂਟ ਉਹੀ ਹੈਗੇ ਵਿੱਚ ਜੀ। ਉਹਨੇ ਉਹਨੂੰ ਬਰੀਫ ਕਰਕੇ ਦਿੱਤਾ ਹੈ ਤੇ ਫਿਰ ਧਨੰਜੇ ਕੀਰ ਨੇ ਜੀ ਆਪਣਾ ਨਿਰਣਾ ਦਿੱਤਾ ਵੀ ਡਾਕਟਰ ਅੰਬੇਡਕਰ ਸਿੱਖ ਕਿਉਂ ਨਹੀਂ ਬਣ ਸਕੇ ਜੀ। ਉਹਨਾਂ ਨੇ ਉਸ ਪੁਸਤਕ ਦੇ 299 ਸਫਾ ਦੇ ਉੱਪਰ ਲਿਖਿਆ ਜੀ ਲੇਟਰ ਦਾ ਸਿੱਖ ਮਿਸ਼ਨ ਅਥਾਰਟੀਜ਼ ਐਂਡ ਅੰਬੇਡਕਰ could not hit it off together and so they receded from their stand and parted। ਇਹਦਾ ਮੁੱਖਦੇ ਲਫ਼ਜ਼ਾਂ 'ਚ ਅਰਥ ਇਹ ਆ ਵੀ ਸਿੱਖ ਮਿਸ਼ਨ ਅਥਾਰਟੀਜ਼ ਸਿੱਖ ਮਿਸ਼ਨ ਦੇ ਅਹੁਦੇਦਾਰ ਤੇ ਡਾਕਟਰ ਅੰਬੇਡਕਰ ਜੀ ਵੀ ਨਿਸ਼ਾਨੇ ਤੇ ਤੀਰ ਨਾ ਲਾ ਸਕੇ ਤੇ ਉਹ ਪਿੱਛੇ ਹਟ ਕੇ ਤੇ ਜੁਦਾ ਹੋ ਗਏ ਜੀ। ਅੱਛਾ ਇਹ ਜਿਹੜਾ ਨਿਰਣਾ ਉਹਦਾ ਮੈਂ ਮਹਿਸੂਸ ਕਰਦਾ ਵੀ ਬਾਕੀ ਜਿਹੜੀ ਬੁੱਕ ਜਿੱਥੇ ਬਹੁਤ ਵਧੀਆ ਪਰ ਇਹ ਨਿਰਣਾ ਮਤਲਬ ਸਾਫ਼ ਨਹੀਂ ਹੈ ਤੇ ਧਨੰਜੇ ਕੀਰ ਦਾ ਫਰਜ਼ ਬਣਦਾ ਸੀਗਾ ਵੀ ਉਹ ਸਿੱਖਾਂ ਦਾ ਵੀ ਪੱਖ ਰੱਖਦਾ ਔਰ ਡਾਕਟਰ ਸਾਹਿਬ ਨੇ ਵੀ ਕਦੇ ਸਿੱਖਾਂ ਦੇ ਖਿਲਾਫ ਨਾ ਕੋਈ ਬਿਆਨ ਦਿੱਤਾ ਨਾ ਹੀ ਜਿਹੜੇ ਵੋਲਿਊਮ ਮਹਾਰਾਸ਼ਟਰ ਗੌਰਮੈਂਟ ਦੇ ਆ ਜੀ ਤੇ ਉਹਨਾਂ ਦੇ ਵਿੱਚ ਕਿਤੇ ਵੀ ਬਾਬਾ ਸਾਹਿਬ ਨੇ ਮਾਸਟਰ ਤਾਰਾ ਸਿੰਘ ਦੇ ਖਿਲਾਫ ਜੀ ਸਿੱਖ ਲੀਡਰਾਂ ਦੇ ਖਿਲਾਫ ਸ਼੍ਰੋਮਣੀ ਕਮੇਟੀ ਦੇ ਖਿਲਾਫ ਜਾਂ ਸਿੱਖ ਪੰਥ ਦੇ ਖਿਲਾਫ ਜੀ ਕਿਤੇ ਵੀ ਕੁਝ ਨਹੀਂ ਲਿਖਿਆ ਜੀ। ਅੱਛਾ ਇੱਕ ਚੀਜ਼ ਇੱਥੇ ਗੱਲ ਆਉਂਦੀ ਜਿਹੜਾ ਤੁਸੀਂ ਨਿਰਣੇ ਦੀ ਗੱਲ ਕੀਤੀ ਹੈ ਹਾਂਜੀ ਨਿਰਣੇ 'ਚ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਸਿੱਖਾਂ ਦਾ ਪੱਖ ਨਹੀਂ ਰੱਖਿਆ ਹਾਂਜੀ ਪਰ ਲੱਗਦਾ ਜੋ ਸ਼ਬਦਾਵਲੀ ਵਰਤੀ ਗਈ ਹੈ ਉਹਦੇ ਵਿੱਚ ਇਹ ਹੈ ਕਿ ਦੋਨਾਂ ਧਿਰਾਂ ਨੂੰ ਉੱਥੇ ਬਰਾਬਰ ਰੱਖਿਆ ਗਿਆ ਡਾਕਟਰ ਸਾਹਿਬ ਔਰ ਸਿੱਖ ਲੀਡਰਸ਼ਿਪ ਨਿਸ਼ਾਨਾ ਨਹੀਂ ਲਗਾ ਸਕੇ। ਮੈਨੂੰ ਲੱਗਦਾ ਕਿਤੇ ਨਾ ਕਿਤੇ ਇਹ ਇਨਸਾਫ ਵਾਲੀ ਗੱਲ ਹੈ ਕਿ ਇਹ ਮਿਸ਼ਨ ਜਿਹੜਾ ਉਹਨਾਂ ਦਾ ਸਾਂਝਾ ਸੀ। ਇੱਥੇ ਤਾਂ ਗੱਲ ਕਲੀਅਰ ਹੈ ਨਾ ਕਿ ਸਿੱਖ ਲੀਡਰਸ਼ਿਪ ਔਰ ਡਾਕਟਰ ਅੰਬੇਡਕਰ ਉਹਨਾਂ ਦਾ ਜਿਹੜਾ ਇਹ ਨਿਸ਼ਾਨਾ ਸੀ ਸਿੱਖੀ ਵਾਲਾ ਤੇ ਉਹ ਸਾਂਝਾ ਸੀਗਾ ਪਰ ਉਹ ਇਹਨੂੰ ਲਗਾਉਣ ਤੋਂ ਉਹਨਾਂ ਹਾਲਾਤਾਂ ਕਰਕੇ ਖੁੰਝ ਗਏ। ਉਹਨਾਂ ਨੇ ਮੈਂ ਆਪਣੀ ਇੱਕ ਕਿਤਾਬ 'ਚ ਲਿਖਿਆ ਵੀ ਆ ਇਹ ਤੋਂ ਦੋਨਾਂ ਤਰ੍ਹਾਂ ਦਾ ਪੱਖ ਸਾਫ਼ ਵੀ ਨਜ਼ਰ ਆਉਂਦਾ ਜੀ ਤੇ ਕੋਈ ਇਹ ਵੀ ਇਹਦਾ ਕਹਿ ਸਕਦਾ ਵੀ ਇਹ ਦੋਨਾਂ ਤਰ੍ਹਾਂ 'ਚ ਕੋਈ ਘਾਟ ਸੀ। ਇਸ ਕਰਕੇ ਮੈਂ ਮਹਿਸੂਸ ਕੀਤਾ ਵੀ ਇੱਥੇ ਧਨੰਜੇ ਕੀਰ ਨੂੰ ਸਿੱਖਾਂ ਦਾ ਪੱਖ ਜਿਹੜਾ ਸੀ ਜਿਹੜਾ ਵੀ ਬਾਅਦ ਦੇ ਵਿੱਚ ਜਿਹੜੀ ਗੱਲਬਾਤ ਹੈ ਕਿਉਂ ਨਹੀਂ ਸਿਰੇ ਲੱਗੀ ਟੁੱਟੀ ਕਿਉਂ ਨਹੀਂ ਤੋ ਅੱਗੇ ਅਗਲੀ ਜਿਹੜੀ ਗੱਲਬਾਤ ਉਸ ਤੋਂ ਪਤਾ ਲੱਗ ਜਾਏਗਾ ਜੀ ਕਿ ਅੱਗੇ ਗੱਲਬਾਤ ਕਿਵੇਂ ਹੁੰਦੀ ਕਿਵੇਂ ਨਿਸ਼ਾਨੇ ਤੋਂ ਪਹੁੰਚ ਗਏ ਇਹਦੇ ਬਾਰੇ ਡਿਟੇਲ। ਫਿਰ ਸਤੰਬਰ ਦੇ ਮਹੀਨੇ 'ਚ ਉਹਨਾਂ ਨੇ ਉਹ ਬਿਆਨ ਦਿੱਤਾ ਵੀ ਮੈਨੂੰ ਸਿੱਖ ਧਰਮ ਪਿਆਰਾ ਹੈ ਜੀ ਹਾਂਜੀ ਪੂਨਾ ਪ੍ਰਗਟਾਓ ਤੇ ਸਤੰਬਰ ਦੇ ਮਹੀਨੇ ਦੇ ਵਿੱਚ ਹੀ ਉਹਨਾਂ ਨੇ ਇੱਕ ਵਫਦ 14-15 ਆਪਣੇ ਅੰਦਾਜ਼ਤ ਉੱਥੋਂ ਭੇਜਿਆ ਬੰਬੇ ਤੋਂ ਜੀ। ਉਹ ਇੱਥੇ 1.5 ਮਹੀਨਾ ਆਣ ਕੇ ਉਹ ਸਿੱਖ ਧਰਮ ਦੀ ਉਹ ਸਿੱਖਿਆ ਲੈਣ ਉਹਨਾਂ ਭੇਜਿਆ। ਅੱਛਾ
ਉਹ ਅੰਮ੍ਰਿਤਸਰ ਇੱਥੇ ਕਾਲਜ 1.5 ਮਹੀਨਾ ਹਰਿਮੰਦਰ ਸਾਹਿਬ 1.5 ਮਹੀਨਾ ਉਹ ਰਹੇ ਆ। ਆਪਣੇ ਵਿਦਵਾਨ ਪ੍ਰੋਫੈਸਰ ਸੀ ਸਿੱਖੀ ਬਾਰੇ, ਜਿਹੜੇ ਉਹਨਾਂ ਨੂੰ ਦੱਸ ਸਕਦੇ ਸੀ। ਉਹ ਉਹਨਾਂ ਨੇ ਉਹ ਸਟੱਡੀ ਦਿੰਦੇ ਰਹੇ ਜੀ। ਤੇ ਬਾਬਾ ਸਾਹਿਬ ਨੇ ਉੱਧਰੋਂ ਬੰਬੇ ਤੋਂ ਉਹਨਾਂ ਦੇ ਮਗਰ ਇੱਕ ਚਿੱਠੀ ਭੇਜੀ ਆ ਉਹਨਾਂ ਨੂੰ ਵਧਾਈ ਦੀ, ਵੀ ਤੁਸੀਂ ਜਿਹੜਾ ਅਗਲਾ ਸਾਡਾ ਕਾਰਜ ਹੈ ਆਪਣੇ ਸਿੱਖ ਧਰਮ ਅਪਣਾਉਣ ਦਾ ਜਾਂ ਅੱਗੇ ਪ੍ਰਚਾਰ ਕਰਨ ਦਾ, ਵੀ ਉਹਦਾ ਤੁਸੀਂ ਮੋਹਰੀ ਦਾਖਤਾ ਹੋਵੋਗੇ। ਠੀਕ ਹੈ। ਤੇ ਉਹ ਤੋਂ ਬਾਅਦ ਜਾਣੀ ਅਕਤੂਬਰ ਦਾ ਮਹੀਨਾ ਜਿਹੜਾ ਸੀ ਤਕਰੀਬਨ ਉਹ ਲੰਘ ਗਿਆ ਤੇ ਡਾਕਟਰ ਸਾਹਿਬ 11 ਨਵੰਬਰ 1936 ਨੂੰ ਵਿਦੇਸ਼ ਚਲੇ ਗਏ। ਅੱਛਾ ਜੀ। ਸਭ ਤੋਂ ਪਹਿਲਾਂ ਉਹ ਵਿਆਨਾ ਗਏ, ਉਸ ਤੋਂ ਬਾਅਦ ਉਹ ਜਰਮਨ ਗਏ। ਉਹਨਾਂ ਨੇ ਸੰਸਾਰ ਭਰ ਦੇ ਉੱਘੇ ਕਾਨੂੰਨਦਾਨ ਸੀਗੇ, ਉਹਦੇ ਨਾਲ ਵੀ ਉਹਨਾਂ ਵਿਚਾਰ ਚਰਚਾ ਕੀਤੀ ਤੇ ਇੱਕ ਕਾਰਨ ਦੂਜਾ ਸੀ ਵੀ ਜਿਹੜੇ ਚੋਣਾਂ ਸੀਗੀਆਂ ਪਹਿਲੀ ਵਾਰ 17 1937 ਨੂੰ ਹੋਣ ਵਾਲੀਆਂ ਸੀਗੀਆਂ ਤੇ ਬਾਬਾ ਸਾਹਿਬ ਚਾਹੁੰਦੇ ਸੀ ਵੀ ਇੱਕ ਤਾਂ ਚੋਣਾਂ ਅਮਨ ਅਮਾਨ ਦੇ ਨਾਲ ਹੋ ਜਾਣ, ਦੂਜਾ ਇਸ ਮਸਲੇ ਤੇ ਪੂਨਾ ਪੈਕਟ 'ਚ ਸਰਕਾਰ ਨੇ ਸਰਕਾਰ ਦੀ ਮਰਜ਼ੀ ਨਾਲ ਸਰਕਾਰ ਸੋਧ ਹੋਣੀ ਆ ਤੇ ਉਹ ਜਿਹੜੀ ਸੋਧ ਹੈ ਉਹ ਮਤਲਬ ਹੋ ਜਾਵੇ ਤੇ ਫਿਰ ਸਾਡੇ ਲਈ ਰਾਹ ਪੱਧਰਾ ਹੋ ਜਾਏਗਾ। ਤੇ ਉੱਥੇ ਫਿਰ ਜਰਮਨ ਤੋਂ ਵਾਪਸ ਆਉਂਦਿਆਂ ਉਹ ਇੰਗਲੈਂਡ ਇੱਕ ਹਫ਼ਤੇ ਲਈ ਠਹਿਰੇ ਜੀ। ਤੇ ਅੱਗੇ ਉਹ ਜਿਹੜਾ ਸ਼ਾਹੀ ਖਾਨਦਾਨ ਸੀਗਾ ਇੰਗਲੈਂਡ ਦਾ ਜੀ, ਐਡਵਰਡ 8ਵਾਂ ਲਿਖਿਆ ਉੱਥੇ, ਉਹਨਾਂ ਦੇ ਘਰ ਦੇ ਵਿੱਚ ਕੋਈ ਆਪਣਾ ਡਿਸਪਿਊਟ ਝਮੇਲਾ ਸੀਗਾ। ਅੱਛਾ। ਕੋਈ ਵਿਆਹ ਸ਼ਾਦੀ ਦਾ ਕੋਈ ਪ੍ਰੋਬਲਮ ਸੀਗੀ ਜੀ ਉਹਨਾਂ ਦੇ ਘਰ ਦੀ, ਤੇ ਉਹ ਤਾਂ ਖੈਰ ਇਸ ਗੱਲ ਝਿੜਕਾ ਨਹੀਂ ਸੀ। ਉੱਥੇ ਦੇ ਜਿਹੜੇ ਬ੍ਰਿਟਿਸ਼ ਸਟੇਟਸਮੈਨ ਸੀਗੇ ਇੰਗਲੈਂਡ ਦੇ, ਉਹਨਾਂ ਨੂੰ ਉਹ ਮਿਲੇ ਤੇ ਉਹਨਾਂ ਦੇ ਨਾਲ ਇਹ ਗੱਲਬਾਤ ਸਾਂਝੀ ਕੀਤੀ ਤੇ ਉਹਨਾਂ ਨੇ ਬ੍ਰਿਟਿਸ਼ ਸਟੇਟਸਮੈਨ ਨੇ ਬਾਬਾ ਸਾਹਿਬ ਨੂੰ ਇਹ ਜਵਾਬ ਦਿੱਤਾ ਜੀ ਵੀ ਡਾਕਟਰ ਸਾਹਿਬ ਤੁਸੀਂ ਜਿਹੜਾ ਅਛੂਤਾਂ ਦਾ ਪੱਖ ਪਹਿਲਾਂ ਜੀ ਬਰਤਾਨੀਆ ਭਾਰਤੀ ਸਰਕਾਰ ਅੱਗੇ ਰੱਖ ਚੁੱਕੇ ਆ, ਅਸੀਂ ਜੋ ਵੀ ਵੱਧ ਤੋਂ ਵੱਧ ਕਰ ਸਕਦੇ ਸੀ ਅਸੀਂ ਉਹ ਕਰ ਚੁੱਕੇ ਆ, ਵੀ ਹੁਣ ਇਸ ਪੁਰਾਣੇ ਪਏ ਮਸਲੇ ਨੂੰ ਦੁਬਾਰੇ ਖੋਲ੍ਹਣ ਦਾ ਕੋਈ ਫਾਇਦਾ ਨਹੀਂ। ਇਹਦਾ ਅਰਥ ਵੀ ਉਹਨਾਂ ਨੇ ਡਾਕਟਰ ਸਾਹਿਬ ਨੂੰ ਇਸ ਗੱਲ ਲਈ ਮਤਲਬ ਸਹਿਮਤੀ ਨਹੀਂ ਦਿੱਤੀ ਵੀ ਉਹਦੇ ਵਿੱਚ ਕੋਈ ਸੋਧ ਪੂਨਾ ਪੈਕਟ 'ਚ ਦੁਬਾਰੇ ਕਰੀਏ ਜੀ। ਤੇ ਉਹਦਾ ਕਾਰਨ ਉਸ ਤਰ੍ਹਾਂ ਕੀਰਤਨ ਨਹੀਂ ਲਿਖਿਆ, ਪਰ ਮੈਂ ਮਹਿਸੂਸ ਕਰਦਾ ਵੀ ਉਹਦਾ ਕਾਰਨ ਇਹ ਸੀ ਵੀ ਅਸਲ ਸਮਝੌਤਾ ਜਿਹੜਾ ਸੀ ਉਹਨਾਂ ਦਾ ਬਰਤਾਨੀਆ ਗੌਰਮੈਂਟ ਦਾ, ਉਹ ਗਾਂਧੀ ਦੇ ਨਾਲ ਸੀ, ਹਿੰਦੂ ਲੀਡਰਾਂ ਦੇ ਨਾਲ ਸੀ ਜੀ। ਤੇ ਬਾਬਾ ਸਾਹਿਬ ਦੀ ਉਹ ਭਾਵੇਂ ਰਿਸਪੈਕਟ ਬਹੁਤ ਕਰਦੇ ਸੀਗੇ, ਪਰ ਉਹ ਜਿਹੜਾ ਸਮਝੌਤਾ ਜਿਹੜਾ ਉਹਨਾਂ ਦੇ ਨਾਲ ਹਿੰਦੂ ਲੀਡਰ ਦਾ ਸੀ, ਗਾਂਧੀ ਦਾ ਸੀ, ਉਹਨੂੰ ਉਹ ਅੱਖੋਂ ਉਹਲੇ ਨਹੀਂ ਸੀ ਕਰ ਸਕਦੇ ਤੇ ਇਸ ਕਰਕੇ ਉਹ ਸੋਧ ਕਰਨ ਲਈ ਉਹ ਸਹਿਮਤ ਨਹੀਂ ਹੋਏ ਜੀ। ਤੇ ਫਿਰ ਬਾਬਾ ਸਾਹਿਬ ਉੱਥੋਂ 14 ਜਨਵਰੀ 1937 ਨੂੰ ਜੀ ਭਾਰਤ ਵਾਪਸ ਆ ਗਏ। ਠੀਕ ਹੈ। ਤੇ ਇਹਨਾਂ ਨੇ ਜਦੋਂ ਬਾਬਾ ਸਾਹਿਬ ਬਾਹਰ ਗਏ ਸੀ, ਇਹਨਾਂ ਨੇ ਪਿੱਛੇ ਇਹਨਾਂ ਦਾ ਕੋਈ ਅਖਬਾਰ ਸੀਗਾ, ਉਹਦੇ ਵਿੱਚ ਇਹਨਾਂ ਨੇ ਲਿਖਿਆ ਵੀ ਉਹ ਉੱਧਰ ਅੰਗਰੇਜ਼ ਔਰਤ ਨਾਲ ਵਿਆਹ ਕਰਾ ਲਿਆ ਉਹਨਾਂ ਨੇ। ਅੱਛਾ। ਜਾਣੀ ਅਫਵਾਹ ਫੈਲਾ ਦਿੱਤੀ। ਤੇ ਜਦੋਂ ਬਾਬਾ ਸਾਹਿਬ ਵਾਪਸ ਇੱਥੇ ਬੰਬੇ ਪਹੁੰਚੇ ਜੀ ਤੇ ਮੋਹਰੇ ਪੱਤਰਕਾਰ ਵੀ ਬੈਠੇ ਸੀਗੇ ਜੀ, ਉਹਨਾਂ ਦੇਖਿਆ ਵੀ ਉਹ ਇਕੱਲੇ ਹੀ ਆ ਰਹੇ ਹੈਗੇ, ਹੱਥ ਵਿੱਚ ਅਟੈਚੀ ਆ। ਤਾਂ ਉਹਨਾਂ ਫਿਰ ਬਾਬਾ ਸਾਹਿਬ ਨੂੰ ਪੁੱਛਿਆ ਵੀ ਬਾਬਾ ਸਾਹਿਬ ਵੀ ਆਪਣੇ ਪਤਾ ਲੱਗਿਆ ਵੀ ਤੁਸੀਂ ਉਧਰ ਮੈਰਿਜ ਕਰਾ ਲਈ, ਵਿਆਹ ਕਰਾ ਲਿਆ। ਉਹ ਉਹਨਾਂ ਨੇ ਕਿਹਾ ਵੀ ਨਹੀਂ, ਇਹ 'ਚ ਕੋਈ ਸੱਚਾਈ ਨਹੀਂ ਜੀ, ਵੀ ਅਸੀਂ ਕੋਈ ਗੱਲ ਨਹੀਂ ਸੀ ਨਾ ਹੈ। ਤੇ ਫਿਰ ਉਹਨਾਂ ਨੇ ਦੂਜਾ ਸਵਾਲ ਨਾਲ ਲੱਗਦਾ ਇਹ ਪੁੱਛਿਆ ਵੀ ਧਰਮ ਬਦਲੀ ਬਾਰੇ ਕੀ ਵਿਚਾਰ ਹੈ। ਤੇ ਬਾਬਾ ਸਾਹਿਬ ਨੇ ਕਿਹਾ ਵੀ ਉਹ ਜਿਹੜਾ ਵਿਚਾਰ ਹੈ ਮੈਂ ਆਪਣੇ ਮਨ 'ਚ ਰੱਖਿਆ ਤੇ ਹੁਣ ਜਿਹੜਾ ਸਾਡੇ ਸਾਹਮਣੇ ਜਿਹੜਾ ਮੁੱਖ ਮਸਲਾ ਹੈਗਾ ਉਹ ਚੋਣਾਂ ਦਾ ਹੈ ਜੀ। ਜਿਹੜੀਆਂ ਚੋਣਾਂ 17 ਫਰਵਰੀ 1937 ਨੂੰ ਜੀ ਹੋਣੀਆਂ ਸੀ। ਇਹ ਜਦੋਂ ਚੋਣਾਂ ਦੇ ਵਿੱਚ ਮਹੀਨਾ 15 ਦਿਨ 20 ਦਿਨ ਤਾਂ ਉਹ ਲੰਘ ਹੀ ਜਾਂਦੇ ਆ, 1.5 ਮਹੀਨਾ। ਮਾਰਚ 1938
37 ਦਾ ਮਹੀਨਾ ਆ ਗਿਆ ਜੀ। ਤੇ ਉਸ ਵੇਲੇ ਸ਼੍ਰੋਮਣੀ ਕਮੇਟੀ ਦੇ ਕੋਲ ਕੋਈ ਜ਼ਿਆਦਾ ਫੰਡ ਨਹੀਂ ਸੀ ਹੁੰਦੇ, ਮਾਇਆ ਨਹੀਂ ਸੀ ਹੁੰਦੀ। ਨਨਕਾਣਾ ਸਾਹਿਬ ਕਮੇਟੀ ਕੋਲ ਮਾਇਆ ਕਾਫੀ ਸੀ ਤੇ ਉਹਨਾਂ ਨੇ ਤਾਂ 3 ਲੱਖ ਰੁਪਈਆ ਦਿੱਤਾ ਸੀ ਤੇ ਪ੍ਰਚਾਰ ਵਾਸਤੇ ਵੀ 3 ਲੱਖ ਰੁਪਈਆ ਦਿੱਤਾ ਸੀਗਾ। ਤੇ ਡਾਕਟਰ ਅੰਬੇਡਕਰ ਨੂੰ ਨਹੀਂ, ਆਪਣੀ ਕਮੇਟੀ ਮਿਸ਼ਨ ਨੂੰ, ਸਿੱਖ ਮਿਸ਼ਨ। ਤੇ ਉਹ ਫਿਰ ਕਾਲਜ ਦਾ ਜਿਹੜਾ ਕੰਮ ਆ ਉਹ ਮੱਠਾ ਹੁੰਦਾ ਦੇਖ ਕੇ ਫਿਰ ਸਰਦਾਰ ਨਰੈਣ ਸਿੰਘ ਜੀ ਮੈਨੇਜਰ ਨੂੰ ਬੰਬੇ ਭੇਜਿਆ ਗਿਆ। ਉਹ 22 ਮਾਰਚ ਨੂੰ ਆਪਣੇ ਸਰਦਾਰ ਆਤਮਾ ਸਿੰਘ ਜੀ ਜਿਹੜੇ ਇੱਥੇ ਬਾਅਦ ਦੇ ਵਿੱਚ ਮਾਲ ਮੰਤਰੀ ਰਹੇ ਆ, ਡਾਕਟਰ ਅਪਿੰਦਰ ਕੌਰ ਜੀ ਦੇ ਪਿਤਾ ਜੀ ਸੀਗੇ, ਤੇ ਉਹ ਸਰਦਾਰ ਨਰੈਣ ਸਿੰਘ ਜੀ ਦੇ ਨਾਲ ਹੋ ਗਏ। ਠੀਕ ਹੈ। ਤੇ ਉੱਥੇ ਜਾ ਕੇ ਫਿਰ ਕਾਲਜ ਦਾ ਕਾਰਜ ਸੀਗਾ, ਉਹਨੂੰ ਉਹਦੇ ਵਿੱਚ ਤੇਜ਼ੀ ਲੈ ਆਂਦੀ ਜੀ। ਆਪਣੇ ਜਿਹੜੇ ਐਵੀਡੈਂਸ ਮਿਲਦਾ ਉਹਦੇ ਵਿੱਚ ਲਿਖਿਆ ਆ ਵੀ ਉਹਨਾਂ ਸਵੇਰੇ 7 ਵਜੇ ਉਹ ਉੱਥੇ ਹਾਜ਼ਰ ਹੋ ਜਾਂਦੇ ਤਾਂ ਸਾਰੀ ਦਿਹਾੜੀ ਖੜੇ ਰਹਿੰਦੇ ਔਰ ਰਾਤ ਨੂੰ 2 ਵਜੇ ਤੱਕ ਕੰਮ ਚੱਲਦਾ ਜੀ। ਤੇ ਜੇ ਪ੍ਰਸ਼ਾਦਾ ਵੀ ਛਕਣਾ ਤਾਂ ਖੜੇ ਛਕਦੇ ਮਤਲਬ ਇੰਨਾ ਕਮਿਟਡ ਸੀਗੇ ਉਹਦੇ ਵਾਸਤੇ ਕਿ ਇਹ ਕਾਲਜ ਕੰਪਲੀਟ ਹੋ ਜਾਵੇ। ਕੰਪਲੀਟ ਹੋ ਜਾਵੇ ਜੀ। ਤੇ ਕਿਉਂਕਿ ਡਾਕਟਰ ਸਾਹਿਬ ਨੇ ਕਿਹਾ ਸੀ ਵੀ 20 ਜੂਨ 1937 ਨੂੰ ਤੋਂ ਪਹਿਲਾਂ ਤਿਆਰ ਹੋਣਾ ਚਾਹੀਦਾ ਜੀ। ਤੇ ਤਾਂ ਕਿ ਜਿਹੜੇ ਦਾਖਲੇ ਆ ਮਤਲਬ ਨਵੇਂ ਸਿਰੋਂ ਹੋਣੇ ਆ, ਕਲਾਸਾਂ ਸੈਸ਼ਨ ਚੜ੍ਹਨੀਆਂ ਆ ਜੀ, ਉਹ ਸੈਸ਼ਨ ਸ਼ੁਰੂ ਹੋਣਾ ਆ ਜੀ, ਉਹ ਸ਼ੁਰੂ ਕਰ ਦਿੱਤਾ ਜਾਵੇ। ਪਰ ਇਹ ਸਰਦਾਰ ਨਰੈਣ ਸਿੰਘ ਜੀ ਨੇ ਆਪਣੀ ਕਿਤਾਬ 'ਚ ਲਿਖਿਆ ਵੀ ਬਾਬਾ ਸਾਹਿਬ ਡਾਕਟਰ ਅੰਬੇਦਕਰ ਉਹਨਾਂ ਨੇ ਆਉਣਾ ਜਾਣਾ ਜਿਹੜਾ ਆ ਦੂਜੇ ਤੀਜੇ ਦਿਨ ਤੇ ਉਹ ਉਹਨਾਂ ਨੇ ਬੰਦ ਕਰ ਦਿੱਤਾ। ਮਤਲਬ ਇਸ ਤੋਂ ਹੁਣ ਤੱਕ ਦੀ ਜਿਹੜੀ ਘਟਨਾ ਚੱਕਰ ਹੈ ਉਹਦੇ 'ਚ ਇੱਕ ਚੀਜ਼ ਆਈ ਹੈ ਕਿ ਅਗਰ ਜ਼ਿਆਦਾ ਉਹਨਾਂ ਦੀ ਤਿਆਰੀ ਨੂੰ ਜਿਹੜੀ ਢਾਹ ਲੱਗੀ ਹੈ, ਉਹ ਅੰਗਰੇਜ਼ ਨੇ ਜਿਹੜਾ ਇਨਕਾਰ ਕਰ ਦਿੱਤਾ ਕਿ ਦੁਬਾਰਾ ਤੋਂ ਜਿਹੜੀ ਆ ਉਹਨਾਂ ਗੱਲਾਂ ਤੇ ਕਰਨ ਦਾ ਫਾਇਦਾ ਨਹੀਂ। ਮੈਨੂੰ ਲੱਗਦਾ ਉਹਨਾਂ ਨੂੰ ਲੱਗਾ ਕਿ ਸਿਆਸੀ ਤੌਰ ਤੇ ਜਿਹੜਾ ਭਾਈਚਾਰਾ ਹੈਗਾ ਉਹਨੂੰ ਕੋਈ ਲਾਭ ਨਹੀਂ ਹੋਣ ਵਾਲਾ, ਇਹਦੇ 'ਚ ਨਾ ਕੋਈ ਆਰਥਿਕ ਤੌਰ ਤੇ ਵੱਡਾ ਲਾਭ ਮਿਲਣ ਵਾਲਾ। ਜੇ ਉਹੀ ਚੀਜ਼ ਨਹੀਂ ਆਉਂਦੀ, ਨਾ ਅਸੀਂ ਸਿਆਸੀ ਤੌਰ ਤੇ ਲਾਭ ਲੈ ਪਾਉਂਦੇ ਆ ਤੇ ਨਾ ਹੀ ਆਰਥਿਕ ਤੌਰ ਤੇ ਭਾਈਚਾਰੇ ਦੇ ਕੋਈ ਲਾਭ ਲੈ ਪਾਉਂਦੇ ਆ, ਤੇ ਲੱਗਦਾ ਕਿ ਧਰਮ ਤਬਦੀਲੀ ਨੂੰ ਫਿਲਹਾਲ ਟਾਲ ਦੇਣਾ ਚਾਹੀਦਾ। ਤੇ ਇਸ ਕਰਕੇ ਉਹਨਾਂ ਨੇ ਅੱਗੇ ਪੱਤ ਨਹੀਂ, ਪਰ ਅੱਗੇ ਵੀ ਇਹ ਗੱਲਬਾਤ ਚੱਲਦੀ ਆ। ਜਿਹੜੇ ਸਿੱਖਾਂ ਦੇ ਲੀਡਰ ਸੀ ਮਾਤਾ ਤਾਰਾ ਸਿੰਘ ਜੀ ਜਾਂ ਹੋਰ, ਤੇ ਉਹ ਸਰਦਾਰ ਨਰੈਣ ਸਿੰਘ ਜੀ, ਗੁਰਦਿੱਤ ਸਿੰਘ ਜੀ ਸੇਠੀ ਤੇ ਪ੍ਰੋਫੈਸਰ ਜਿਹੜੇ ਸੀਗੇ ਉਹ ਸਾਰੇ ਕਮਿਟਡ ਸੀ ਇਸ ਗੱਲ ਲਈ ਵੀ ਇਹ ਕਾਰਜ, ਇਹ ਜਿਹੜਾ ਸਿੱਖ ਧਰਮ ਬਣਾਉਣ ਦਾ ਜਿਹੜਾ ਕੰਮ ਹੈ ਅਛੂਤਾਂ ਦਾ, ਇਹ ਸਿਰੇ ਚੜ੍ਹਨਾ ਚਾਹੀਦਾ ਜੀ। ਔਰ ਉਹਨਾਂ ਨੇ ਉਹ ਜਿਹੜਾ ਸਮਝੌਤਾ ਆ ਉਹਦੇ ਟੁੱਟ ਜਾਣ ਦਾ ਵੀ ਉਹਨਾਂ ਨੂੰ ਮਤਲਬ ਖਤਰੇ ਦਾ ਪਤਾ ਲੱਗ ਗਿਆ ਸੀਗਾ ਸਿੱਖ ਲੀਡਰਾਂ ਨੂੰ ਜੀ। ਤੇ ਕਿਉਂਕਿ ਦਿੱਲੀ ਜਾ ਕੇ ਸਰ ਸੁੰਦਰ ਸਿੰਘ ਮਜੀਠੀਆ ਦੇ ਨਾਲ 3-4 ਮੈਂਬਰ ਗਏ ਸੀਗੇ। ਉਹਨਾਂ ਨੇ ਡਾਕਟਰ ਮੁੰਜੇ ਨੂੰ ਕਿਹਾ ਸੀ ਵੀ ਤੁਸੀਂ ਇਹਦੀ ਲਿਖਤੀ ਪੁਸ਼ਟੀ ਕਰ ਦਿਓ ਕਿ ਸਾਨੂੰ ਕੋਈ ਇਤਰਾਜ਼ ਨਹੀਂ। ਪਰ ਉਹਨੇ ਕਿਉਂਕਿ ਹਿੰਦੂ ਮਹਾਸਭਾ ਨਾ ਕਰ ਚੁੱਕੀ ਸੀ, ਉਹਨੇ ਨਹੀਂ ਸੀ ਪੁਸ਼ਟੀ ਕੀਤੀ, ਨਾ ਉਹਨੇ ਕਰਨੀ ਸੀ ਕਿਉਂਕਿ ਉਹ ਜਥੇਬੰਦੀ ਦਾ ਫੈਸਲੇ ਦਾ ਉਲੰਘਣ ਨਹੀਂ ਸੀ ਕਰ ਸਕਦਾ। ਤੇ ਜੇ ਸਿੱਖ ਨਾ ਚਾਹੁੰਦੇ ਹੁੰਦੇ ਤਾਂ ਉਹ ਉੱਥੇ ਕਿਉਂ ਜਾਂਦੇ ਦਿੱਲੀ ਸਿੱਖਾਂ ਦੇ ਲੀਡਰ। ਫਿਰ ਦੂਜਾ ਜਿਹੜਾ ਜਥਾ ਆ 5 ਮੈਂਬਰਾਂ ਦਾ ਪੰਜਾਬ ਤੋਂ ਚੱਲ ਕੇ ਬੰਬੇ ਗਿਆ। ਅੱਛਾ ਜੀ। ਔਰ ਡਾਕਟਰ ਸਾਹਿਬ ਨੂੰ ਉਸ ਬਾਰੇ ਪਹਿਲਾਂ ਦੱਸ ਦਿੱਤਾ ਗਿਆ ਵੀ ਜਥਾ ਪੰਜਾਬ ਤੋਂ ਆਉਣਾ ਹੈਗਾ। ਠੀਕ ਹੈ। ਤੇ ਕਿਉਂਕਿ ਗਰਮੀਆਂ ਦਾ ਮਹੀਨਾ ਸੀ ਤੇ ਮਈ ਮਹੀਨੇ ਦੀ 22-23 ਤਰੀਕ ਸੀ ਜਦੋਂ ਇਹ ਜਥਾ ਉੱਥੇ ਬੰਬੇ ਗਿਆ। ਤੇ ਡਾਕਟਰ ਸਾਹਿਬ ਪਹਿਲਾਂ ਵੀ ਛੁੱਟੀਆਂ ਮਨਾਉਣ ਜਾਂਦੇ ਸੀਗੇ। 70 ਮੀਲ ਦੂਰ ਪਾਣੀ ਦੇ ਵਿੱਚ ਜਜ਼ੀਰਾ ਆ ਸਮੁੰਦਰ 'ਚ, ਉਹ ਜਜ਼ੀਰੇ ਦੇ ਵਿੱਚ ਡਾਕਟਰ ਸਾਹਿਬ ਚਲੇ ਗਏ। ਤੇ ਇਹ ਜਿਹੜਾ ਵਫਦ ਸੀਗਾ ਇਹ ਕਾਲਜ ਪਹੁੰਚ ਗਿਆ। ਅੱਛਾ। ਉੱਥੋਂ ਫਿਰ ਪਤਾ ਲੱਗਣ ਤੇ ਵੀ ਉਹ ਉੱਥੇ ਗਏ ਆ ਤੇ ਇਹ ਫਿਰ ਸਰਦਾਰ ਨਰੈਣ ਸਿੰਘ ਜੀ, ਸਰਦਾਰ ਆਤਮਾ ਸਿੰਘ ਜੀ, ਗੁਰਦਿੱਤ ਸਿੰਘ ਸੇਠੀ ਸਾਹਿਬ ਤੇ ਇਹ 5 ਮੈਂਬਰ ਇਹ ਪੰਜਾਬ ਤੋਂ ਜਿਹੜੇ ਗਏ ਸੀ, ਇਹਨਾਂ ਨੇ ਕਿਰਾਏ ਤੇ ਉੱਥੋਂ ਵੋਟ ਕੀਤਾ ਤੇ ਉੱਥੇ ਜਜ਼ੀਰੇ ਵਿੱਚ ਪਹੁੰਚ ਗਏ ਜੀ। ਉੱਥੇ ਵੀ ਜਿਹੜੀ ਗੱਲਬਾਤ ਰਾਤ ਵੀ ਹੋਈ, ਫਿਰ ਦੂਜੇ ਦਿਨ ਸਵੇਰੇ ਵੀ ਹੋਈ ਜੀ। ਉਹਨਾਂ ਨੇ ਕਿਹਾ ਵੀ ਡਾਕਟਰ ਸਾਹਿਬ ਹੁਣ ਤੁਹਾਡਾ ਸਿੱਖ ਧਰਮ ਬਣਾਉਣ ਬਾਰੇ
ਕੀ ਵਿਚਾਰ ਹੈ ਜੀ। ਦੂਸਰਾ ਉਹਨੇ ਕਿਹਾ ਕਿ ਤੁਸੀਂ ਇਸ ਮਾਮਲੇ ਨੂੰ ਗੁਪਤ ਰੱਖਣਾ ਚਾਹੁੰਦੇ ਆ ਜੀ। ਤੀਸਰਾ ਇਹ ਸਵਾਲ ਸੀਗਾ ਵੀ ਕੀ ਤੁਹਾਨੂੰ ਸਮਾਂ ਹੋਰ ਚਾਹੀਦਾ ਜੀ। ਇਹ 3 ਸਵਾਲ ਉਹਨਾਂ ਨੇ ਡਾਕਟਰ ਸਾਹਿਬ ਨੂੰ ਕੀਤੇ, ਜਿਹੜੇ ਸਰਦਾਰ ਨਰਾਇਣ ਸਿੰਘ ਮੈਨੇਜਰ ਸਾਹਿਬ ਨੇ ਕਿਤਾਬ ਲਿਖੀ ਹੈ ਕਿਉਂ ਕੀਤੋ ਵਿਸਾਹੋ ਜੀ, ਉਹਦੇ ਸਫਾ 20 ਤੇ ਲਿਖਿਆ ਜੀ। ਉੱਥੇ ਫਿਰ ਡਾਕਟਰ ਸਾਹਿਬ ਨੇ ਇਹ ਜਵਾਬ ਉਹਨਾਂ ਨੂੰ ਉੱਤਰ ਦਿੱਤਾ ਵੀ ਮੈਂ ਅਜੇ ਆਪਣਾ ਵਿਚਾਰ ਨਹੀਂ ਬਣਾਇਆ ਸਿੱਖ ਧਰਮ ਬਣਾਉਣ ਲਈ। ਅੱਛਾ। ਸ਼ਾਇਦ ਮੈਂ ਬਣਾ ਵੀ ਨਾ ਸਕਾਂ। ਅੱਛਾ। ਕਿਉਂਕਿ ਮੇਰੇ ਜਿਹੜੇ ਸਾਥੀ ਹੈਗੇ ਆ ਉਹਨਾਂ ਨੂੰ ਪਾੜ ਕੇ ਤੇ ਹਰ ਹੀਲਾ ਵਰਤ ਕੇ ਉਹਨਾਂ ਨੂੰ ਮੇਰੇ ਤੋਂ ਪਰੇ ਕਰ ਦਿੱਤਾ ਗਿਆ। ਹੁਣ ਮੈਂ ਇਕੱਲਾ ਰਹਿ ਗਿਆ। ਅੱਛਾ। ਤੇ ਇਹ ਜਦੋਂ ਸਰਦਾਰ ਨਰਾਇਣ ਸਿੰਘ ਲਿਖਿਆ ਵੀ ਜਦੋਂ ਇਹ ਜਵਾਬ ਅਸੀਂ ਉਹਨਾਂ ਦੇ ਮੂੰਹੋਂ ਸੁਣਿਆ ਤਾਂ ਫਿਰ ਜਿਹੜਾ ਉਹ ਵਾਪਸ ਸੀਗਾ ਉਹ ਉੱਥੋਂ ਵਾਪਸ ਆ ਗਿਆ। ਜੀ। ਉਸ ਤੋਂ ਬਾਅਦ ਮਤਲਬ ਸਿੱਖਾਂ ਦੇ ਔਰ ਡਾਕਟਰ ਸਾਹਿਬ ਦੇ ਵਿਚਾਲੇ ਜਿਹੜੀ ਗੱਲਬਾਤ ਹੈ ਉਹ ਨਹੀਂ ਹੋਈ। ਉਸ ਤੋਂ ਬਾਅਦ ਗੱਲਬਾਤ ਟੁੱਟ ਗਈ। ਉਹਨਾਂ ਨੇ ਗੱਲ ਕਲੀਅਰ ਕਰਤੀ ਵੀ ਮੈਂ ਸ਼ਾਇਦ ਹਰੇ ਮਨ ਨਾ ਬਣਾ ਪਾਵਾਂ। ਨਹੀਂ, ਉਹਨੇ ਕਿਹਾ ਵੀ ਮੈਂ ਹੋ ਸਕਦਾ ਮੈਂ ਬਣਾ ਵੀ ਨਾ ਸਕਾਂ। ਹਾਂ, ਬਣਾ ਵੀ ਨਾ ਸਕਾਂ। ਹਾਂਜੀ। ਤੋ ਇਹਦਾ ਮਤਲਬ ਗੱਲ ਇਹ ਆਈ ਹੈ ਕਿ ਕਿਤੇ ਨਾ ਕਿਤੇ ਐਂ ਲੱਗਦਾ ਕਿ ਜਿਹੜਾ ਉਹ ਸੋਚ ਰਹੇ ਸੀਗੇ ਕਿ ਮੈਂ ਪੂਰੇ ਸਮਾਜ ਨੂੰ ਇਕੱਠਾ ਕਰਕੇ ਲੈ ਕੇ ਜਾਵਾਂ ਤੇ ਉਹਦੇ ਚੋਂ ਕਿਤੇ ਨਾ ਕਿਤੇ ਹੋ ਸਕਦਾ ਸਿਆਸੀ ਜਾਂ ਆਰਥਿਕ ਲਾਭ ਵੀ ਪੂਰੇ ਭਾਈਚਾਰੇ ਲਈ ਸੋਚਦੇ ਹੋਣਗੇ। ਉਹ ਇਸ ਤਰ੍ਹਾਂ ਦੀ ਯੋਜਨਾ ਕਰੀ ਬੈਠੇ ਕਿ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਰਹਿਣ ਔਰ ਜਿਹੜਾ ਭੇਦਭਾਵ ਹੈ ਉਹ ਵੀ ਖਤਮ ਹੋ ਜਾਏ। ਤੇ ਉਹ ਮੈਨੂੰ ਲੱਗਦਾ ਕਿ ਉਹਦੇ ਨੂੰ ਕਿਤੇ ਨਾ ਕਿਤੇ ਕਈ ਚੀਜ਼ਾਂ ਕਾਰਨ ਬਣ ਗਈਆਂ। ਇੱਕ ਤਾਂ ਆਪਣੇ ਸਾਥੀਆਂ ਦਾ ਉਹਨਾਂ ਦਾ ਜਿਹੜਾ ਵਿਛੋੜਾ, ਜਿਹਨਾਂ ਨੂੰ ਤੁਸੀਂ ਧੋਖਾ ਕਹਿ ਕੇ ਦੱਸ ਰਹੇ ਆ ਵੀ ਧੋਖਾ ਕੀਤਾ। ਕੁਛ ਜਿਹੜੇ ਉਦੋਂ ਦੇ ਕਾਂਗਰਸ ਦੇ ਲੀਡਰ ਸੀ ਉਹਨਾਂ ਦਾ ਜਿਹੜਾ ਜ਼ੋਰ ਲਾਉਣਾ ਇਸ ਗੱਲ ਦੇ ਉੱਤੇ ਕਿ ਇਹ ਨਾ ਹੋਵੇ, ਤੇ ਕੁਛ ਅਖਬਾਰਾਂ ਦਾ ਰੋਲ ਵੀ, ਮੀਡੀਆ ਦਾ ਰੋਲ ਵੀ ਇਸ ਤਰ੍ਹਾਂ ਦਾ ਰਿਹਾ ਕਿ ਡਾਕਟਰ ਸਾਹਿਬ ਅਖੀਰ ਨੂੰ ਇਸ ਗੱਲ ਤੇ ਆ ਗਏ ਕਿ ਮੈਂ ਹਲੇ ਇਹ ਫੈਸਲਾ ਨਹੀਂ ਕਰ ਪਾਉਂਦਾ। ਜਿਹੜੇ ਉਹਨਾਂ ਨੇ ਹੱਕ ਪੂਨਾ ਪੈਕਟ 'ਚ ਮਨਾ ਲਿਆ ਸੀਗੇ। ਹਾਂਜੀ, ਉਹਦੀ ਗੱਲ ਹੀ ਕਰਦੇ ਹਾਂ, ਉਹਦਾ ਸੀਗਾ ਪੂਨਾ ਪੈਕਟ ਦੇ ਵਿੱਚ ਆਰਥਿਕ ਲਾਭ ਸੀ ਨਾ। ਉਹ ਜਿਹੜੇ ਆ ਪੋਲੀਟੀਕਲ ਲਾਭ ਸੀਗੇ। ਉਹ ਸਰਕਾਰੀ ਤੌਰ ਤੇ ਉਹ ਤਾਂ ਗਵਰਨਮੈਂਟਾਂ ਵੱਲੋਂ ਨਹੀਂ, ਗਵਰਨਮੈਂਟ ਵੱਲੋਂ ਵੀ ਹੈਗੇ ਲਾਭ ਨੇ ਨਾ ਜੀ। ਹੈ ਲਾਭ, ਪਰ ਉਹਨੂੰ ਆਪਾਂ ਕੋਈ ਉਹਨੂੰ ਨੈਗੇਟਿਵ ਸੈਂਸ ਵਿੱਚ ਨਹੀਂ ਲੈ। ਨੈਗੇਟਿਵ ਸੈਂਸ ਤਾਂ ਕੋਈ ਵੀ ਨਹੀਂ ਲੈ ਰਿਹਾ ਜੀ। ਨਹੀਂ ਲੈ। ਹਾਂ, ਗੱਲ ਕਲੀਅਰ ਹੈ ਕਿ ਜਿਹੜੇ ਉਹ ਭਾਈਚਾਰੇ ਲਈ ਫਾਇਦੇ ਮਿਲਣੇ ਸੀ, ਸਿਆਸੀ ਤੌਰ ਤੇ ਅੱਗੇ ਵਧਣਾ ਸੀ, ਅਸੀਂ ਆਰਥਿਕ ਤੌਰ ਤੇ ਰਿਚ ਹੋਣਾ ਸੀਗਾ, ਉਹ ਉਹਨਾਂ ਨਾਲ ਸਮਝੌਤਾ ਕਰਨ ਲਈ ਤਿਆਰ ਨਹੀਂ ਸੀ। ਉਹ ਰਿਸਕ ਤੇ ਗੱਲ ਲੱਗ ਗਈ ਸੀ ਜੀ, ਕਿਉਂਕਿ ਅੰਗਰੇਜ਼ ਨਾ ਕਰ ਗਿਆ ਸੀ। ਹੁਣ ਜਿਹੜਾ ਸ੍ਰੀ ਭਗਵਾਨ ਦਾਸ ਜੀ ਉਹਨਾਂ ਨੇ ਪਿੱਛੇ ਜ਼ਿਕਰ ਕੀਤਾ ਸੀ ਪਹਿਲੀ ਗੋਸ਼ਟੀ 'ਚ, ਪਹਿਲੀ ਦੂਜੀ 'ਚ 10 ਪੋਕ ਅੰਬੇਦਕਰ ਵੋਲੀਅਮ 4, ਉਹਦਾ ਟਾਈਟਲ ਹੈ ਰਿਨਾਂਸ਼ੀਏਸ਼ਨ ਆਫ ਹਿੰਦੂਇਜ਼ਮ ਦਾ ਤਿਆਗ। ਉਹਦੇ 236 ਸਫ਼ੇ ਤੇ ਉਹਨਾਂ ਨੇ ਇਹ ਆਪਣਾ ਨਿਰਣਾ ਦਿੱਤਾ ਹੈ। ਉਹ 236 ਸਫ਼ੇ ਤੇ ਨਿਰਣਾ ਜੋ ਹੈ ਉਹ ਇਹ ਆ ਵੀ ਜਿਹੜਾ ਰਾਓ ਬਹਾਦਰ MC ਰਾਜਾ ਨੇ ਡਾਕਟਰ ਮੁੰਜੇ ਤੇ ਅੰਬੇਦਕਰ ਸਮਝੌਤਾ ਆ ਅਖਬਾਰਾਂ ਵਿੱਚ ਸ਼ਾਨ ਅਧਿਕਾਰਤ ਤੌਰ ਤੇ ਸ਼ਾਇਆ ਕਰਾਉਣ ਦੇ ਨਾਲ ਡਾਕਟਰ ਸਾਹਿਬ ਨੇ ਇਹ ਮਹਿਸੂਸ ਕੀਤਾ ਵੀ ਇਹ ਜਿਹੜਾ ਗੱਲਬਾਤ ਸੀ ਹਿੰਦੂਆਂ ਦੇ ਨਾਲ ਉਹ ਟੁੱਟ ਗਈ, ਉਹ ਖਤਮ ਹੋ ਗਈ ਆ। ਮੈਨੂੰ ਜਿਹੜੇ ਆਪਣੇ ਲੋਕਾਂ ਦੇ ਸ਼ਹਿਰੀ ਤੇ ਮਨੁੱਖੀ ਅਧਿਕਾਰ ਆ ਉਹ ਮੈਨੂੰ ਜ਼ਿਆਦਾ ਪਿਆਰੇ ਆ। ਅੱਛਾ ਜੀ। ਕਿਉਂਕਿ ਉਹਨਾਂ ਨੂੰ ਇਹ ਮਹਿਸੂਸ ਹੁੰਦਾ ਸੀ ਵੀ ਮੇਰੇ ਬੰਦਿਆਂ ਨੂੰ ਇਹਨਾਂ ਨੇ ਤੋੜ ਦਿੱਤਾ। ਕਾਂਗਰਸ ਜਾਂ ਗਾਂਧੀ ਉਹ ਪਹਿਲਾਂ ਵਿਰੋਧ ਕਰ ਰਿਹਾ, ਜਿਹੜੇ ਅਛੂਤਾਂ ਦੇ ਲੀਡਰ ਆ ਇਹਨਾਂ ਦੇ ਨਾਲ ਰਲੇ ਹੋਏ ਉਹ ਮੁੱਢੋਂ ਸੁੱਢੇ ਵਿਰੋਧ ਕਰਦੇ ਆ। ਪੂਨੇ ਦੇ ਚਮਾਰ ਵਿਰੋਧ ਕਰਦੇ ਆ। ਉੱਥੇ ਇਹੀ ਸ਼ਬਦ ਲਿਖਿਆ, ਆਪਾਂ ਅਰਦਾਸੀਏ ਸ਼ਬਦ ਵਰਤ ਸਕਦੇ ਆ। ਤੇ ਇਹ ਵਿਰੋਧ ਕਰਦੇ ਆ। ਉਹਨੇ ਤਾਂ ਇੱਥੇ ਤੱਕ ਵੀ ਲਿਖਿਆ ਵੀ ਉੱਤਰੀ ਭਾਰਤ ਦੇ ਬਹੁਤ ਵੱਡੀ ਗਿਣਤੀ ਜਿਹੜੇ ਸ਼ਰੂ ਕਾਸਟ ਆ ਚਮਾਰ ਆ ਇਹ ਵਿਰੋਧ ਕਰਦੇ ਆ। ਅੱਛਾ ਜੀ। ਤੇ ਫਿਰ ਵੀ ਇਹ ਜੇ ਦੇਸ਼ ਅੰਦਰ ਮੇਰੇ ਲੋਕਾਂ ਦਾ ਤੇ ਇਹ ਜ਼ੁਲਮ ਕਰਦੇ ਆ, ਘਰਾਂ ਨੂੰ ਮਤਲਬ ਅੱਗਾਂ ਲਾਉਂਦੇ ਆ, ਝੁੱਗੀਆਂ ਨੂੰ ਸਾੜਦੇ ਆ ਜਾਂ ਹੋਰ। ਦੇਖੋ ਜੀ, ਗੱਲ ਹੈ ਕਹਿਣ ਦਾ ਭਾਵ ਇੰਨਾ ਕੀ ਹੈ ਕਿ ਜਿੱਥੇ ਡਾਕਟਰ ਅੰਬੇਦਕਰ ਇੱਕ ਸਮਾਜ ਦੇ ਉਹ ਜਿਹੜਾ ਸ਼ੋਸ਼ਿਤ ਵਰਗ ਸੀ, ਅਗਰ ਉਹਦੀ ਨੁਮਾਇੰਦਗੀ ਕਰਦੇ ਸੀ, ਉਹਦੇ ਭਲੇ ਦੀ ਗੱਲ ਕਰਦੇ ਸੀ, ਉਹਨੂੰ ਆਰਥਿਕ ਤੌਰ ਤੇ ਉਹਨਾਂ ਨੂੰ
ਮਨੁੱਖੀ ਅਧਿਕਾਰਾਂ ਦੇ ਤੌਰ ਤੇ, ਉਹਨਾਂ ਨੂੰ ਸਿਆਸੀ ਤੌਰ ਤੇ ਬਰਾਬਰ ਖੜਾ ਕਰਨਾ ਚਾਹੁੰਦੇ ਸੀਗੇ। ਉੱਥੇ ਉਹ ਇਸ ਗੱਲ ਵੀ ਜਿਹੜੇ ਆ ਪੂਰੀ ਤਰ੍ਹਾਂ ਜਾਗਰੂਕ ਸੀਗੇ ਕਿ ਕੋਈ ਵੀ ਐਸਾ ਕੰਮ ਨਾ ਹੋਵੇ ਜਿਹਦੇ ਨਾਲ ਪੂਰੇ ਸਮਾਜ ਦੇ ਵਿੱਚ ਜਿਹੜੀ ਆ ਉਹ ਕੋਈ ਗੜਬੜ ਵਾਲੇ ਹਾਲਾਤ ਪੈਦਾ ਹੋਣ। ਹਾਂਜੀ, ਉਹ ਡਾਕਟਰ ਸਾਹਿਬ ਆਪਣੇ ਮਨੋਂ ਬਿਲਕੁਲ ਨਿਰਮਲ ਸੀਗੇ ਔਰ ਤੁਲੇ ਹੋਏ ਸੀ ਵੀ ਸਿੱਖ ਧਰਮ ਜਿਹੜਾ ਆ ਉਹ ਅਸੀਂ ਆਪਣਾ ਲਿਆ ਜਾਵੇ। ਪਰ ਕਿਉਂਕਿ ਉਹ ਇਕੱਲੇ ਨਹੀਂ ਸੀ, ਜਿਹੜੇ ਹੋਰ ਨਾਲ ਆਪਣੇ ਜਿਹੜਾ ਭਾਈਚਾਰੇ 'ਚੋਂ ਜਿਹੜੇ ਵਿਰੋਧ ਕਰਦੇ ਸੀ ਜਾਂ ਉਹਨਾਂ ਨੂੰ ਗਦਾਰ ਵੀ ਆਪਾਂ ਕਹਿ ਸਕਦੇ ਹਾਂ, ਉਹਨਾਂ ਨੇ ਉਹਨਾਂ ਨੂੰ ਮਜਬੂਰ ਕਰਤਾ। ਡਾਕਟਰ ਸਾਹਿਬ ਦਾ ਇਹਦੇ ਵਿੱਚ ਕੋਈ ਦੋਸ਼ ਨਹੀਂ ਹੈ, ਭਾਵੇਂ ਜ਼ਿੰਮੇਵਾਰੀ ਉਹਨਾਂ ਦੀ ਸੀ। ਪਰ ਮਾਫ ਕਰਨਾ ਜੀ, ਠੀਕ ਹੈ, ਹਰ ਇੱਕ ਵਿਦਵਾਨ ਹੈ, ਹਰ ਇੱਕ ਨੂੰ ਆਪਣੀ ਆਜ਼ਾਦੀ ਹੈ ਗੱਲ ਕਰਨ ਦੀ, ਪਰ ਮੈਨੂੰ ਲੱਗਦਾ ਜਿੱਥੇ ਮਨੁੱਖ ਆਜ਼ਾਦੀ ਦੀ ਗੱਲ ਹੈ, ਜਿਹੜਾ ਸ਼ਬਦ ਤੁਸੀਂ ਵਰਤਿਆ ਗਦਾਰ, ਹੋ ਸਕਦਾ ਕਿ ਅਸੀਂ ਆਮ ਸੈਂਸ ਦੇ ਵਿੱਚ ਗਦਾਰ ਸ਼ਬਦ ਨਹੀਂ ਵਰਤਣਾ, ਜਿਹੜਾ ਉਹ ਮੁਨਾਸਬ ਵੀ ਨਹੀਂ ਹੋ ਸਕਦਾ, ਕਿਉਂਕਿ ਹਰ ਇੱਕ ਨੂੰ ਅਧਿਕਾਰ ਹੈ। ਜੇ ਡਾਕਟਰ ਸਾਹਿਬ ਨੂੰ ਇਸ ਗੱਲ ਦਾ ਅਧਿਕਾਰ ਸੀਗਾ ਕਿ ਇਸ ਗੱਲ ਦੀ ਪੈਰਵਾਈ ਕਰਦੇ ਕਿ ਧਰਮ ਬਦਲਿਆ ਜਾ ਸਕਦਾ, ਤੇ ਉਹ ਵੀ ਕਿਸੇ ਨੂੰ ਰਾਈਟ ਸੀਗਾ ਕਿ ਉਹ ਕਹਿ ਸਕਦਾ ਨਹੀਂ ਜੀ ਧਰਮ ਬਦਲਣ ਦੀ ਜ਼ਰੂਰਤ ਨਹੀਂ ਹੈ, ਧਰਮ ਬਦਲਣਾ ਜਿਹੜਾ ਗੁਨਾਹ ਆ, ਜਾਂ ਉਹਦੇ ਖਿਲਾਫ ਜੇ ਖੜੇ ਸੀਗੇ ਕਿਸੇ ਕਾਰਨ, ਤੇ ਅਸੀਂ ਇੱਕ ਦੂਜੇ ਗਦਾਰ ਨਹੀਂ ਕਹਿ ਸਕਦੇ। ਕਹਿਣ ਦਾ ਭਾਵ ਤਾਂ ਇੰਨਾ ਹੀ ਹੈ ਕਿ ਹਰ ਇੱਕ ਬੰਦਾ ਆਪੋ ਆਪਣੇ ਵਿਚਾਰ ਰੱਖ ਰਿਹਾ ਸੀ, ਔਰ ਉਹਨਾਂ ਵਿਚਾਰਾਂ ਦੇ ਵਿੱਚ ਕਿਤੇ ਨਾ ਕਿਤੇ ਜਾ ਕੇ ਡਾਕਟਰ ਸਾਹਿਬ ਨੂੰ ਇਹ ਲੱਗਿਆ ਵੀ ਫਿਲਹਾਲ ਔਰ ਖਾਸ ਤੌਰ 'ਤੇ ਹੋ ਸਕਦਾ ਅਸੀਂ ਕਦੇ ਇਹ ਫੈਸਲਾ ਹੁਣ ਨਾ ਲੈ ਪਾਈਏ, ਕਿਉਂਕਿ ਹਾਲਾਤ ਜਿਹੜੇ ਆ ਉੱਪਰੋਂ ਜਿਹੜੀ ਹੈ ਸਰਕਾਰ ਸੀ ਅੰਗਰੇਜ਼ ਦੀ, ਉਹਦੇ ਵੱਲੋਂ ਵੀ ਜਵਾਬ ਆ ਗਿਆ। ਔਰ ਕਿਤੇ ਨਾ ਕਿਤੇ ਮੈਨੂੰ ਲੱਗਦਾ ਇਹ ਗੱਲ ਇੱਥੇ ਆਉਂਦੀ ਹੈ, ਪਰ ਇਹ ਗੱਲ ਯਾਦ ਰੱਖਣੀ ਬਣਦੀ ਹੈ ਕਿ ਡਾਕਟਰ ਅੰਬੇਦਕਰ ਨੇ ਆਪਣੇ ਮੂੰਹ ਤੋਂ ਸਿੱਖੀਜ਼ਮ ਦੇ ਖਿਲਾਫ ਕੋਈ ਵੀ ਸ਼ਬਦ ਨਹੀਂ ਸੀ ਬੋਲਿਆ। ਔਰ ਇਹਦੇ ਵਿੱਚ ਇਹ ਗੱਲ ਤੁਹਾਡੀ ਗੱਲ ਕਲੀਅਰ ਹੋ ਜਾਂਦੀ ਹੈ ਕਿ ਜਿਹੜੀ ਸਿੱਖ ਲੀਡਰਸ਼ਿਪ ਹੈ, ਜਿਹਦੇ ਉੱਤੇ ਇਲਜ਼ਾਮ ਲਗਾਇਆ ਜਾਂਦਾ ਵਾਰ-ਵਾਰ ਕਿ ਸਿੱਖ ਲੀਡਰਸ਼ਿਪ ਨੇ ਜਿਹੜਾ ਉਹਨਾਂ ਨੂੰ ਸ਼ਾਮਲ ਨਹੀਂ ਹੋਣ ਦਿੱਤਾ, ਮੈਨੂੰ ਲੱਗਦਾ ਉਹ ਤੁਹਾਡਾ ਪੂਰੀ ਤਰੀਕੇ ਨਾਲ ਜਿਹੜਾ ਉਹ ਦੋਸ਼ ਨਕਾਰੇ ਜਾਂਦੇ ਆ ਕਿ ਦੋਨਾਂ ਧਿਰਾਂ ਦੇ ਵਿੱਚ ਕੋਈ ਕਮੀ ਨਹੀਂ ਸੀ, ਨਾ ਡਾਕਟਰ ਸਾਹਿਬ ਵੱਲ ਕਮੀ ਸੀ ਤੇ ਨਾ ਹੀ ਸਿੱਖ ਲੀਡਰਸ਼ਿਪ 'ਚ ਕਮੀ ਸੀ, ਸਿਰਫ ਹਾਲਾਤ ਅਜਿਹੇ ਬਣ ਗਏ ਕਿ ਜਿਹੜਾ ਉਸ ਸਮੇਂ ਨੂੰ ਜਿਹੜਾ ਇਹਨਾਂ ਸ਼ੁਭ ਕਾਰਜ ਸੀ ਉਹਨੂੰ ਢਾਲਣਾ ਪਿਆ। ਹਾਂਜੀ, ਇੱਥੇ ਮੈਂ ਇਸ ਸਪਸ਼ਟ ਕਰ ਦੇਣਾ ਚਾਹੁੰਦਾ, ਇਹ ਠੀਕ ਹੈ ਵੀ ਉਹ ਸ਼ਬਦ ਮੈਂ ਥੋੜਾ ਜਿਹੜਾ ਵਰਤਿਆ ਉਹ ਸਖਤ ਹੈ, ਉਹ ਮੈਂ ਕਿਉਂ ਵਰਤਿਆ। ਇਹ ਜਿਹੜਾ ਮਦਰਾਸ ਦਾ ਐਸਸੀ ਸੀਗਾ, ਸ਼ਡਿਊਲ ਕਾਸਟ, ਰਾਓ ਭਦਰ MC ਰਾਜਾ, ਸੈਂਟਰਲ ਅਸੈਂਬਲੀ ਦਾ ਉਹ ਮੈਂਬਰ ਸੀ ਇਹ ਕਾਂਗਰਸ ਵੱਲੋਂ, ਤੇ ਗਾਂਧੀ ਦਾ ਚੇਲਾ ਸੀ। ਉਹ ਬੰਦਾ 2-3 ਸਾਲਾਂ ਬਾਅਦ ਉਹ ਉਧਰੋਂ ਨਾਰਾਜ਼ ਹੋ ਕੇ ਫਿਰ ਡਾਕਟਰ ਸਾਹਿਬ ਦੇ ਨਾਲ ਰਲ ਗਿਆ। ਜਿਹੜੇ ਬਾਕੀ ਵੀ ਸੀਗੇ, ਬਾਕੀ ਵੀ ਜਿਹੜੇ ਬਹੁਤ ਸਾਰੇ ਲੀਡਰ ਸੀਗੇ ਜਿਹੜੇ ਪਹਿਲਾਂ ਵੀ ਡਾਕਟਰ ਸਾਹਿਬ ਦੇ ਨਾਲ ਸੀ, ਉਹ ਮੁੜ ਕੇ ਫਿਰ ਡਾਕਟਰ ਸਾਹਿਬ ਦੇ ਨਾਲ ਰਲ ਗਿਆ। ਤੇ ਇਸ ਕਰਕੇ ਮੈਂ ਉਹ ਸ਼ਬਦ ਵਰਤਿਆ ਕਿਉਂਕਿ ਇਹਦੇ ਜਿਹੜੇ ਨਤੀਜੇ ਆ, ਇਹ ਜਿਹੜਾ ਉਹਦੇ ਵਿੱਚ ਰੰਗ 'ਚ ਭੰਗ ਪਾਈ ਆ ਰਾਓ ਬਹਾਦਰ MC ਰਾਜਾ ਨੇ, ਇਹਦੇ ਨਤੀਜੇ ਆਉਣ ਵਾਲੇ ਸਮੇਂ 'ਚ ਬੜੇ ਮਤਲਬ ਮਾੜੇ ਨਿਕਲੇ ਆ ਔਰ ਅੱਜ ਸਾਹਮਣੇ ਆ, ਔਰ ਗਾਂ ਵੀ ਮਤਲਬ ਜਿਹੜੇ ਮਾੜੇ ਨਿਕਲਣ ਦੀ ਸੰਭਾਵਨਾ ਜੀ। ਇੱਥੇ ਇੱਕ ਚੀਜ਼ ਹੈ, ਹਾਂਜੀ ਠੀਕ ਹੈ, ਅਸੀਂ ਮੰਨਦੇ ਹਾਂ ਕਿ ਡਾਕਟਰ ਸਾਹਿਬ ਸਮੂਹਿਕ ਤੌਰ ਤੇ ਚਾਹੁੰਦੇ ਸੀ ਵੀ ਸਾਰਾ ਭਾਈਚਾਰਾ ਸ਼ਾਮਲ, ਹਾਂਜੀ, ਜੇ ਨਹੀਂ ਸੀ ਹੋ ਰਿਹਾ, ਨਹੀਂ ਸੀ ਹੋ ਪਾ ਰਿਹਾ, ਮੈਨੂੰ ਇਹ ਲੱਗਦਾ ਵੀ ਕਿਤੇ ਨਾ ਕਿਤੇ ਜਿਹੜੀ ਇੱਕ ਕਾਰਵਾਈ, ਜਿਹੜੀ ਮੁਹਿੰਮ ਹੈ ਡਾਕਟਰ ਸਾਹਿਬ ਨੇ ਸ਼ੁਰੂ ਕੀਤੀ ਸੀ, ਇੱਕ ਸ਼ੁਭ ਭਾਵਨਾ ਲੈ ਕੇ ਸ਼ੁਰੂ ਕੀਤੀ ਸੀ, ਉਹਦੇ ਉੱਤੇ ਕਦੇ ਉਹਨਾਂ ਰੋਕ ਤਾਂ ਨਹੀਂ ਲਗਾਈ ਕਿ ਤੁਸੀਂ ਕਦੇ ਸਿੱਖ ਨਾ ਬਣਿਓ। ਭਾਈਚਾਰੇ ਨੂੰ ਕਿਸੇ ਨੂੰ ਇਹ ਤਾਂ ਨਹੀਂ ਕਿਹਾ ਵੀ ਸਿੱਖ ਬਣੋਗੇ ਤਾਂ ਤੁਸੀਂ ਗੁਨਾਹ ਕਰ ਲਓਗੇ। ਤੇ ਮੈਨੂੰ ਲੱਗਦਾ ਕਿ ਉਹ ਐਜ਼ ਇਟ ਜਿਹੜੀ ਹੁਣ ਮੌਜੂਦਾ ਲੀਡਰਸ਼ਿਪ ਹੈ, ਜਿਹੜੀ ਅਸੀਂ ਦਾਅਵਾ ਕਰਦੇ ਹਾਂ ਕਿ ਅਸੀਂ ਅੰਬੇਡਕਰਵਾਦੀਆਂ ਜਾਂ ਡਾਕਟਰ ਅੰਬੇਡਕਰ ਦੀਆਂ ਭਾਵਨਾਵਾਂ ਦੀ ਅਸੀਂ ਤਰਜਮਾਨੀ ਕਰਦੇ ਹਾਂ ਜਾਂ ਉਹਨਾਂ ਨੂੰ ਅੱਗੇ ਵਧਾਉਣਾ ਚਾਹੁੰਦੇ ਉਹਦੀ ਮੁਹਿੰਮ ਨੂੰ, ਤੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਇਸ ਪਾਸੇ ਵੀ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਅੱਜ ਵੀ ਜੇ ਅੱਜ ਹੁਣ ਕਿਹੜਾ ਮੌਕਾ ਚਲਾ ਗਿਆ, ਇਹ ਤਾਂ ਨਹੀਂ ਕਿ ਡਾਕਟਰ ਸਾਹਿਬ ਜੇ ਸਰੀਰਕ ਤੌਰ ਤੇ ਸਾਡੇ 'ਚ ਨਹੀਂ ਰਹੇ ਤਾਂ ਉਹਨਾਂ ਦੇ ਵਿਚਾਰ ਖਤਮ ਹੋ ਗਏ ਜਾਂ ਉਹਨਾਂ ਦੀਆਂ ਭਾਵਨਾਵਾਂ ਖਤਮ ਹੋ ਗਈਆਂ ਜਾਂ ਉਹਨਾਂ ਦਾ ਮਿਸ਼ਨ ਖਤਮ ਹੋ ਗਿਆ। ਤੋ ਮੈਨੂੰ ਲੱਗਦਾ ਕਿ ਜਿਹੜੀ ਅੱਜ ਕੜੱਤਣ ਜਿਹਦੀ ਆਪਾਂ ਗੱਲ ਸ਼ੁਰੂ ਜਿੱਥੋਂ ਕੀਤੀ ਹੈ ਕਿ ਜਿਹੜੀ ਮਨ ਮੁਟਾਵ ਜਿਹੜਾ ਰੱਖਣਾ ਇੱਕ ਦੂਜੇ ਪ੍ਰਤੀ, ਖਾਸ ਤੌਰ ਤੇ ਸਿੱਖ ਬਾਣੇ ਪ੍ਰਤੀ ਨਫ਼ਰਤ ਭਰੀਆਂ ਨਿਗਾਹਾਂ ਨਾਲ ਕੁਝ ਲੋਕਾਂ ਦਾ ਦੇਖਣਾ, ਮੈਨੂੰ ਲੱਗਦਾ ਉਹਦੇ ਉੱਤੇ ਮੁੜ ਵਿਚਾਰ ਕਰਨ ਦੀ ਜ਼ਰੂਰਤ ਹੈ ਵੀ ਕੀ ਸੱਚਮੁੱਚ ਇੰਨਾ ਹੀ ਨਫ਼ਰਤ ਦਾ ਪਾਤਰ ਕੋਈ ਸਿੱਖ ਹੋ ਸਕਦਾ ਜਾਂ ਸਿੱਖਾਂ ਦਾ ਇੰਨਾ ਕਸੂਰ ਹੋ ਸਕਦਾ, ਜਾਂ ਇਹਦੇ 'ਚ ਹਾਲਾਤ ਦਾ ਕਸੂਰ ਸੀ ਤੇ ਉਸ ਜਿਹੜੇ ਹਾਲਾਤ ਦਾ ਜਿਹੜੀ ਗਲਤੀ ਸੀ ਉਹਨੂੰ ਹੁਣ ਵੀ ਰਿਕਵਰ ਕੀਤਾ ਜਾ ਸਕਦਾ, ਹੁਣ ਵੀ ਭਾਈ ਜਾ ਕੇ ਜਿਹੜੀ ਸਾਂਝ ਆ ਉਹ ਮੁੜ ਕੇ ਕਾਇਮ ਕੀਤੀ। ਹਾਂ, ਜਿਹੜਾ ਸਿੱਖ ਪੰਥ ਦਾ ਜਾਂ ਸਿੱਖਾਂ ਦਾ ਜਿਹੜਾ ਇਸ ਵੇਲੇ ਸੰਸਾਰ ਪੱਧਰ ਤੇ ਰੋਲ ਹੈ, ਅੱਜ ਦੀਆਂ ਮਾੜੀਆਂ ਹਾਲਤਾਂ, ਕਰੋਨਾ ਜਿਹੜੇ ਬਿਮਾਰੀ ਸਾਰੇ ਸੰਸਾਰ 'ਚ ਫੈਲੀ ਆ, ਤੇ ਧਾਰਮਿਕ ਸਥਾਨ ਤਾਂ ਧਰਮ ਦਾ 300 ਦੇ ਨੇੜੇ ਸੰਸਾਰ 'ਚ ਹੈਗੇ ਆ, ਧਾਰਮਿਕ ਸਥਾਨ ਵੀ ਹੈਗੇ ਆ, ਉਹਨਾਂ ਦੇ ਕੋਲ ਬੇਥਾਪ ਮਾਇਆ ਵੀ ਆ, ਪਰ ਅੱਜ ਜਿਹੜੇ ਭੁੱਖੇ ਆ, ਦੁਖੀ ਆ, ਉਹਨਾਂ ਦੀ ਬਾਂਹ ਫੜਨ ਨੂੰ ਕੋਈ ਵੀ ਬਾਹਰ ਲੱਗਦੀ ਨੂੰ ਆਪਣੇ ਕੋਈ ਨਹੀਂ ਤਿਆਰ।
ਸੰਸਾਰ ਭਰ ਦੀਆਂ ਸਰਕਾਰਾਂ ਜਿਨ੍ਹਾਂ ਦੇ ਕੋਲ ਅਥਾਹ ਹਥਿਆਰ ਹੈਗੇ ਆ, ਜਿਹੜੇ ਸੰਸਾਰ ਦਾ ਨਾਸ਼ ਹੀ ਕਰ ਸਕਦੇ ਆ, ਉਹਨਾਂ ਕੋਲ ਮਾਇਆ ਵੀ ਆ, ਮਾਇਆ ਦੇ ਅੰਬਾਰ ਦਰਿਆ ਵਗਦੇ ਆ ਉਹਨਾਂ ਵੱਲ ਨੂੰ, ਪਰ ਉਹ ਕਿਸੇ ਦੇ ਉਹ ਵੀ ਸਿੱਖ ਸੰਸਥਾਵਾਂ ਅੱਗੇ ਉਹ ਵੀ ਝੁਕ ਗਏ ਆ ਵੀ ਇਸ ਔਖੀ ਘੜੀ ਦੇ ਵਿੱਚ ਪੌਣੇ ਨਜ਼ਰ ਆ ਰਹੇ ਗੱਲ ਪੌਣੇ ਨਜ਼ਰ ਆ ਰਿਹਾ। ਗੱਲ ਉੱਥੇ ਹੀ ਆ ਜਾਂਦੀ ਵੀ ਜਿਹੜਾ ਸਿੱਖੀ ਦਾ ਫਲਸਫਾ ਗੁਰੂ ਨਾਨਕ ਸਾਹਿਬ ਨੇ ਜਿਹੜਾ ਕਿਰਤ ਕਰੋ ਨਾਮ ਜਪੋ ਤੇ ਵੰਡ ਛਕਣ ਦਾ ਜਿਹੜਾ ਫਲਸਫਾ ਦਿੱਤਾ ਹੋਇਆ, ਉਹ ਫਲਸਫਾ ਦਾ ਐਜ਼ ਇਟ ਇਜ਼ ਉਹਦੇ ਹੀ ਆ, ਉਹਨੂੰ ਤਾਂ ਕੋਈ ਵੀ ਕਬੂਲ ਕਰ ਸਕਦਾ। ਤੇ ਉਹਦੇ ਵਾਸਤੇ ਮੈਨੂੰ ਲੱਗਦਾ ਉਸ ਫਲਸਫੇ ਨੂੰ ਕਬੂਲ ਕਰਨ 'ਚ ਕੋਈ ਦੇਰੀ ਨਹੀਂ ਕਰਨੀ ਚਾਹੀਦੀ, ਕਿਉਂਕਿ ਇਹ ਫਲਸਫਾ ਅੱਜ ਵੀ ਸ਼ਾਨ ਦੇ ਨਾਲ ਇਸ ਸੰਸਾਰ ਦੇ ਵਿੱਚ ਨੰਬਰ 1 ਤੇ ਵਿਚਰ ਰਿਹਾ ਔਰ ਇਹ ਹਮੇਸ਼ਾ ਵਿਚਰਦਾ ਰਹੇਗਾ। ਔਰ ਜਿਹੜਾ ਸਿੱਖ ਫਲਸਫੇ ਦੇ ਨਾਲ ਜੁੜ ਜਾਏਗਾ ਉਹਨੂੰ ਕਹਿਣ ਦੀ ਜ਼ਰੂਰਤ ਨਹੀਂ ਹੋਏਗੀ, ਉਹਦਾ ਮਾਣ ਆਪਣੇ ਆਪ, ਉਹਦਾ ਸਨਮਾਨ ਆਪਣੇ ਆਪ ਹੀ ਸੰਸਾਰ 'ਚ ਵੱਧਦਾ ਜਾਏਗਾ। ਇੱਥੇ ਆਪਾਂ ਅੱਜ ਦੀ ਗੱਲਬਾਤ ਖਤਮ ਕਰਦੇ ਹਾਂ। ਠੀਕ ਹੈ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।